ਇੰਸਟੀਚਿਊਟ ਫਾਰ ਅਮਰੀਕਨ ਵੈਲਿਊਜ਼ ਦੇ ਸੈਂਟਰ ਫਾਰ ਮੈਰਿਜ ਐਂਡ ਫੈਮਿਲੀ ਦਾ ਕਹਿਣਾ ਹੈ ਕਿ ਉਹ ਪਰਿਵਾਰ ਜ਼ਿਆਦਾ ਖੁਸ਼ ਰਹਿੰਦੇ ਨੇ ਜਿਹੜੇ ਕਿ ਵਿਆਹੇ ਹੋਣ। ਅੱਜ ਅਸੀਂ ਦੇਖ ਰਹੇ ਹਾਂ ਕਿ ਇਸ ਚੀਜ਼ ਦਾ ਅਸਰ ਜਿਹੜਾ ਹੈਗਾ ਸਾਡੇ ਭਾਈਚਾਰੇ ਵੀ ਵੇਖਣ ਮਿਲ ਰਿਹਾ ਕਿ ਖੁਸ਼ੀ ਕੌਣ ਨਹੀਂ ਚਾਹੁੰਦਾ। ਖੁਸ਼ੀ ਤਾਂ ਹਰ ਕੋਈ ਚਾਹੁੰਦਾ, ਲੇਕਿਨ ਇਹ ਖੁਸ਼ੀ ਅੱਜ ਅਲੋਪ ਹੁੰਦੀ ਜਾ ਰਹੀ ਹੈ। ਇਸ ਦੇ ਕਈ ਕਾਰਨ ਨੇ, ਜਿੱਥੇ ਇਨਵਾਇਰਮੈਂਟਲ ਦਾ ਅਸਰ ਪੈ ਰਿਹਾ ਹੈ, ਉਸ ਤੋਂ ਇਲਾਵਾ ਅਸੀਂ ਦੇਖ ਰਹੇ ਹਾਂ ਕਿ ਸਾਡੀ ਸੋਚ ਵਿੱਚ ਵੀ ਪਰਿਵਰਤਨ ਆ ਰਿਹਾ ਹੈ, ਕਿਉਂਕਿ ਅਸੀਂ ਆਪਣੇ ਮੂਲ ਸਿਧਾਂਤ ਤੋਂ ਦੂਰ ਹੋ ਗਏ। ਗੁਰਬਾਣੀ ਇਸ ਜਗ ਮੇਂ ਚਾਨਣ, ਜਿਸ ਤਰ੍ਹਾਂ ਸਾਨੂੰ ਪਤਾ ਹੈ ਕਿ ਗੁਰਬਾਣੀ ਤਾਂ ਇੱਕ ਜੀਵਨ ਜਾਚ ਸੀ, ਸਾਨੂੰ ਉਪਦੇਸ਼ ਕਰਦੀ ਸੀ ਕਿ ਕਿਵੇਂ ਇੱਕ ਚੰਗਾ ਜੀਵਨ ਲਿਆਉਣਾ ਹੈ, ਆਪਣੇ ਘਰਾਂ ਦੇ ਵਿੱਚ ਅਸੀਂ ਖੁਸ਼ੀ ਲਿਆਉਣੀ ਹੈ, ਉਸ ਦੇ ਨਾਲ ਨਾਲ ਖੁਸ਼ੀ ਆਪਣੇ ਸਮਾਜ ਵਿੱਚ ਵੀ ਲਿਆਉਣੀ। ਪਰ ਇਹ ਦੋਨੋਂ ਹੀ ਚੀਜ਼ਾਂ ਅੱਜ ਅਲੋਪ ਹੁੰਦੀਆਂ ਜਾ ਰਹੀਆਂ ਨੇ। ਕਿਵੇਂ ਮੁੜ ਤੋਂ ਅਸੀਂ ਗੁਰਬਾਣੀ ਨਾਲ ਜੁੜ ਕੇ ਇਹ ਖੁਸ਼ੀ ਆਪਣੇ ਪਰਿਵਾਰ ਵਿੱਚ ਲਿਆ ਸਕਨੇ ਹਾਂ ਅਤੇ ਉਸ ਦੇ ਨਾਲ ਨਾਲ ਸਮਾਜ ਨੂੰ ਵੀ ਕੁਝ ਨਾ ਕੁਝ ਦੇਣ ਦੇ ਸਕਨੇ ਹਾਂ। ਇਸ ਸੰਬੰਧ ਵਿੱਚ ਆਓ ਕੁਝ ਜਾਣਕਾਰੀ ਲੈਂਦੇ ਹਾਂ ਗਿਆਨੀ ਸਵਰਨ ਸਿੰਘ ਜੀ ਤੋਂ, ਜਿਹੜੇ ਕਿ ਪੰਥ ਦੇ ਪ੍ਰਸਿੱਧ ਸ਼ਖਸੀਅਤ ਹਨ। ਜੀ ਆਨੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗਿਆਨੀ ਜੀ, ਇਹ ਜਿਹੜੇ ਰਿਸਰਚ ਆਈਆਂ ਨੇ ਇਹਨਾਂ 'ਚ ਮੈਂਟਲ ਅਤੇ ਵੈਲਬੀਂਗ ਦੀ ਜਿਹੜੀ ਗੱਲ ਕੀਤੀ ਕਿ ਮਾਨਸਿਕਤਾ ਦੀ ਵੀ ਅਤੇ ਅਦਰਵਾਈਜ਼ ਵੀ ਸਰੀਰਕ ਤੌਰ 'ਤੇ ਵੀ ਤੁਸੀਂ ਤਦ ਖੁਸ਼ ਰਹਿ ਸਕਦੇ ਹੋ ਜੇਕਰ ਤੁਹਾਡਾ ਪਰਿਵਾਰ ਜਿਹੜਾ ਹੈ ਉਹ ਸਟਰੋਂਗ ਹੈਗਾ। ਸੋ ਗੁਰਬਾਣੀ ਅਨੁਸਾਰ ਵੀ ਕਿਸ ਤਰੀਕੇ ਨਾਲ ਇਹ ਮਾਨਸਿਕਤਾ ਨੂੰ ਅਤੇ ਆਪਣੇ ਸਰੀਰ ਨੂੰ ਅਤੇ ਨਾਲ ਘਰ ਦੇ ਵਿੱਚ ਅਸੀਂ ਆਪਣੇ ਆਪ ਨੂੰ ਸਟਰੋਂਗ ਕਰਨਾ ਹੈ, ਇਹਦੇ ਸੰਬੰਧ ਵਿੱਚ ਜਾਣਕਾਰੀ ਦਿਓ ਜੀ। ਹਾਂਜੀ, ਅਸੀਂ ਦੇਖਦੇ ਹਾਂ ਕਿ ਟਿਕਾਓ ਤੁਹਾਡੇ ਅੰਦਰ ਕਿੰਨਾ ਕੁ ਹੈਗਾ ਜੋੜੇ ਦੇ ਵਿੱਚ ਜੀ। ਹੁਣ ਟਿਕਾਓ ਉਹਨਾਂ ਲੋਕਾਂ ਵਿੱਚ ਤਾਂ ਅਸੀਂ ਆਸ ਰੱਖ ਸਕਦੇ ਹਾਂ ਟਿਕਾਓ ਹੈਗਾ ਜਿਨ੍ਹਾਂ ਨੇ ਸਹਿਨਸ਼ੀਲਤਾ ਵਿੱਚ ਆਪਣਾ ਆਨੰਦ ਕਾਰਜ ਕਰਾਇਆ ਹੈਗਾ ਜੀ, ਜਿਨ੍ਹਾਂ ਨੇ ਭਾਵੁਕ ਹੋ ਕੇ ਨਹੀਂ ਕਰਾਇਆ। ਕਿਉਂਕਿ ਭਾਵੁਕ ਹੋਇਆ ਜਿਹੜਾ ਜਲਦਬਾਜ਼ੀ ਵਿੱਚ ਕੰਮ ਕਰਨਾ ਜਿਹੜਾ ਨਾ ਉਹ ਅਖੀਰ ਤੇ ਨੁਕਸਾਨਦੇਹ ਹੁੰਦਾ। ਵੈਸੇ ਤਾਂ ਕਾਹਲੀ ਵਿੱਚ ਸਾਰੇ ਕੰਮ ਗਲਤ ਹੁੰਦੇ ਨਾ। ਅੱਛਾ, ਹੁਣ ਸਾਡੇ ਜਿਹੜੇ ਨਾ ਜਿਹੜੇ ਬੱਚੇ ਹੈਗੇ ਉਹ ਕਾਹਲੀ ਵਿੱਚ ਕਈ ਦਫਾ ਸਿਧਾਂਤਾਂ ਨੂੰ ਵੀ ਛੱਡ ਦਿੰਦੇ ਨੇ। ਉਹਨਾਂ ਦੀ ਜਿਹੜੇ ਇਮੋਸ਼ਨਸ ਹੁੰਦੀਆਂ ਉਹਨਾਂ ਨੂੰ ਉਹ ਸਹੀ ਸਮਝਦੇ ਆ ਜੀ। ਔਰ ਐਸੇ ਵੀ ਸਾਡੇ ਬੱਚੇ ਹੁਣ ਹੈਗੇ ਆ ਜਿਹੜੇ ਇਹ ਕਹਿਣ ਲੱਗ ਪਏ ਆ, ਇੱਕ ਸ਼ਬਦ ਦੋ ਸ਼ਬਦ ਵਰਤੇ ਆਮ ਤੌਰ ਤੇ, ਜਿਹੜੇ ਮਾਪੇ ਵੀ ਸੁਣਦੇ ਹੋਣਗੇ। ਇੱਕ ਸ਼ਬਦ ਵਰਤੇ ਆਈ ਨੋ। ਤੁਸੀਂ ਉਹਨਾਂ ਨੂੰ ਕੋਈ ਸਮਝਾਓ ਉਹ ਕਹਿੰਦੇ ਆਈ ਨੋ। ਤੇ ਇੱਥੋਂ ਸਾਬਤ ਹੁੰਦਾ ਕਿ ਤੁਹਾਡੀ ਲੋੜ ਹੀ ਨਹੀਂ ਜੀ। ਜਿਹੜਾ ਬੱਚਾ ਤੁਹਾਨੂੰ ਇਹ ਕਹਿੰਦਾ ਆਈ ਨੋ, ਉਹ ਕੁਝ ਵੀ ਨਹੀਂ ਜਾਣਦਾ ਜੀ। ਸਿਰਫ ਇੱਕ ਗੱਲ ਬਣ ਗਈ ਆ ਤੇ ਆਈ ਨੋ ਐਵਰੀਥਿੰਗ, ਯੂ ਨੋ ਨਥਿੰਗ ਜੀ। ਅੱਛਾ, ਹੁਣ ਦੂਜੇ ਪਾਸੇ ਇੱਕ ਉਹਨਾਂ ਦਾ ਇਹ, ਜੇ ਤੁਸੀਂ ਉਹਨਾਂ ਨੂੰ ਕੋਈ ਗੱਲ ਕਹੋ ਤੇ ਸਮਝਾਓ ਤੇ ਉਹ ਕਹਿੰਦੇ ਆ ਆਈ ਡੋਂਟ ਕੇਅਰ। ਜੇ ਕੋਈ ਵਾਰਨਿੰਗ ਦਿੰਦੇ ਤੁਸੀਂ, ਉਹ ਕਹਿੰਦੇ ਆਈ ਡੋਂਟ ਕੇਅਰ, ਔਰ ਮੋਢਾ ਮਾਰਦੇ ਆ। ਹੁਣ ਇਹ ਜਿਹੜਾ ਦੋ ਸ਼ਬਦ ਹੈਗੇ ਆਈ ਨੋ ਤੇ ਆਈ ਡੋਂਟ ਕੇਅਰ, ਇਹ ਉਹਨਾਂ ਵਾਸਤੇ ਬੜੇ ਖਤਰਨਾਕ ਹੈਗੇ ਆ। ਔਰ ਉਹ ਇਹਨਾਂ ਨੂੰ ਕਿਵੇਂ ਦੂਰ ਕੀਤਾ ਜਾ ਸਕੇ, ਕਿਸ ਤਰ੍ਹਾਂ ਇਹਨਾਂ ਦਾ ਹੱਲ ਲੱਭੀਏ। ਹੁਣ ਇਹਦੇ ਵਿੱਚ ਇਹ ਹੈਗਾ ਕਿ ਜਿਹੜਾ ਬੱਚਾ ਕਹਿੰਦਾ ਵੀ ਆਈ ਨੋ, ਕਿਉਂਕਿ ਜਿਹੜੀ ਸਾਡੀ ਪੜ੍ਹਾਈ ਆ ਉਹ ਇੰਡੀਵਿਜੂਅਲਿਜ਼ਮ ਸਿਖਾਉਂਦੀ ਆ ਕਿ ਦਿਸ ਬਾਡੀ ਇਜ਼ ਯੂਅਰਸ ਜੀ, ਇਹ ਸਰੀਰ ਤੇਰਾ ਆ, ਬਸ ਇਹਨੂੰ ਕੋਈ ਹੋਰ ਹੱਥ ਵੀ ਨਹੀਂ ਲਾ ਸਕਦਾ ਜੀ। ਅੱਛਾ, ਹੁਣ ਉਹ ਜਿਹੜੀ ਚੀਜ਼ ਸਿਖਾਈ ਮੈਂ ਤੇ ਮੇਰਾ ਹੀ ਸਿਖਾਉਂਦੇ, ਇੱਥੇ ਸਕੂਲਾਂ ਵਿੱਚ ਵੀ ਸਭ ਕੁਛ ਇਹ ਕੁਝ ਸਿਖਾਉਂਦੇ ਨਾ। ਅੱਛਾ, ਉਹਦੇ ਨਾਲ ਬੱਚੇ ਦੀ ਜਿਹੜੀ ਡਿਵੈਲਪਮੈਂਟ ਹੋ ਰਹੀ ਆ ਉਹ ਹਮੇਸ਼ਾ ਮਾਪਿਆਂ ਤੋਂ ਪਰੇ ਹੋ ਰਹੀ ਆ। ਮੈਂਟਲੀ ਉਹਦੀ ਜਿਹੜੀ ਸਮਝ ਲਓ ਵੀ ਗਰੋਥ ਹੈ ਉਹ ਹੈਗੀ ਆ ਮਟੀਰੀਅਲਿਸਟਿਕ ਜੀ। ਮਟੀਰੀਅਲਿਸਟਿਕ ਗਰੋਥ ਕਰਕੇ ਉਹ ਫਿਰ ਆਪਣੇ ਹਿਸਾਬ ਨੂੰ ਸਹੀ ਸਮਝਦਾ, ਆਪਣੇ ਮਾਪਿਆਂ ਦੀ ਅਕਲ ਨੂੰ ਤਾਂ ਉਹ ਲੈਣਾ ਨਹੀਂ ਚਾਹੁੰਦਾ ਜੀ। ਔਰ ਇੱਥੋਂ ਤੱਕ ਵੀ ਕਈ ਬੱਚੇ ਕਹਿੰਦੇ ਆ, ਮਮ ਆਈ ਐਮ ਨਾਟ ਏ ਚਾਈਲਡ, ਆਈ ਐਮ ਨਾਟ 18 years old ਐਂਡ ਆਈ ਨੋ ਐਵਰੀਥਿੰਗ ਜੀ। ਔਰ ਫਿਰ ਜੇ ਮਾਂ ਫਿਰ ਵੀ ਕਿਤੇ ਸਮਝਾਉਂਦੀ ਆ ਜਾਂ ਪਿਓ ਕਿਤੇ ਸਮਝਾਉਂਦਾ ਤਾਂ ਉਹਨਾਂ ਦਾ ਜਵਾਬ ਇਹ ਹੁੰਦਾ, ਮਮ ਆਈ ਥਿੰਕ ਦੇਰ ਇਜ਼ ਸਮਥਿੰਗ ਰੋਂਗ ਇਨ ਯੂਰ ਬ੍ਰੇਨ, ਇਟਸ ਬੈਟਰ ਯੂ ਸ਼ੁੱਡ ਗੋ ਟੂ ਦਾ ਸਾਈਕੋਲੋਜਿਸਟ, ਗੈਟ ਯੂਰ ਬ੍ਰੇਨ ਚੈੱਕਡ। ਤੇ ਉੱਥੇ ਵੀ ਮਾਪਿਆਂ ਕੋਲ ਕੋਈ ਜਵਾਬ ਨਹੀਂ। ਹੁਣ ਮੈਂ ਮਾਪਿਆਂ ਨੂੰ ਪੁੱਛਦਾ, ਤੁਹਾਡੀਆਂ ਲੋਹੜੀਆਂ ਜਿਹੜੀਆਂ ਅਸੀਂ ਮਨਾਈਆਂ ਉਹ ਕਿਸ ਕੰਮ ਆਈਆਂ? ਤੁਹਾਡੀਆਂ ਪਾਰਟੀਆਂ ਬਰਥਡੇ ਵਾਲੀਆਂ ਉਹ ਕਿਸ ਕੰਮ ਆਈਆਂ? ਤੁਹਾਡੇ ਲੱਡੂ, ਤੁਹਾਡੀਆਂ ਸ਼ਰਾਬਾਂ ਕਿਸ ਕੰਮ ਆਈਆਂ? ਅੱਜ ਤੁਹਾਡਾ ਉਹੀ ਬੱਚਾ ਤੁਹਾਡੇ ਮੂਹਰੇ ਆਕੜਦਾ, ਤੁਹਾਡੇ ਇੰਨੇ ਪੈਸੇ ਕਮਾਏ ਹੋਏ ਕਿਸ ਕੰਮ ਆਏ? ਹੁਣ ਇੱਥੇ ਦੇਖੋ ਕਿ ਅਸੀਂ ਸੋਚਿਆ ਸੀ ਵੀ ਸ਼ਾਇਦ ਇਹਦੇ ਨਾਲ ਹੀ ਸਾਡੇ ਔਲਾਦ ਜਿਹੜੀ ਖੁਸ਼ ਰਹੇਗੀ, ਸਾਡੀ ਆਗਿਆ ਕਰ ਰਹੇਗੀ। ਨਹੀਂ, ਇੱਦਾਂ ਨਹੀਂ ਰਹਿ ਸਕਦੀ ਜੀ। ਰਹਿਣੇ ਹੈਗੇ ਆ ਤੁਹਾਡਾ, ਤੁਸੀਂ ਉਹਨੂੰ ਫੀਡ ਕੀ ਕੀਤਾ, ਉਹਦੇ ਅੰਦਰ ਕਿਹੜਾ ਗਿਆਨ ਤੁਸੀਂ ਦਿੱਤਾ ਜੀ। ਹੁਣ ਗਿਆਨ ਤੋਂ ਖਾਲੀ ਮਾਪੇ ਕਿਸ ਤਰ੍ਹਾਂ ਗਿਆਨ ਬੱਚਿਆਂ ਨੂੰ ਦੇ ਸਕਦੇ ਨੇ? ਓਕੇ ਵੀਰ ਜੀ, ਇੱਕ ਹੋਰ ਗੱਲ ਤੁਹਾਨੂੰ ਦੱਸਾਂ,
ਸਾਡੇ ਜਿਹੜਾ ਇਮੀਗ੍ਰੇਸ਼ਨ ਦੇ ਮਿਨਿਸਟਰ ਆ, ਉਹਨਾਂ ਨੇ ਪਿੱਛੇ ਜੇ ਅਖਬਾਰ ਵਿੱਚ ਸਾਡੇ ਖਬਰ ਆਈ ਫਰੰਟ ਪੇਜ ਦੇ ਉੱਤੇ ਜੀ ਕਿ ਸਭ ਤੋਂ ਜ਼ਿਆਦਾ ਅਗਰ ਝੂਠ ਬੋਲਦੇ ਨੇ ਤੇ ਪੰਜਾਬੀ ਬੋਲਦੇ ਨੇ, ਬਿਲਕੁਲ ਇਹ ਖੁੱਲੇ ਤੌਰ ਤੇ ਉਹਨਾਂ ਨੇ ਕਹਿ ਦਿੱਤਾ। ਜੀ ਜੀ ਬਿਲਕੁਲ ਪੰਜਾਬ ਵਿੱਚ ਹੋਇਆ ਜੀ। ਹਾਂਜੀ, ਹੁਣ ਉਹ ਜਿਹੜਾ ਇੱਕ ਅਖਬਾਰਾਂ ਵਿੱਚ ਆ ਗਿਆ, ਟੀਵੀ ਤੇ ਆ ਗਿਆ, ਉਹਨਾਂ ਦੀ CNN ਦੇ ਵਿੱਚ ਜਿਹੜੀ ਉਹਨਾਂ ਨੇ ਇੰਟਰਵਿਊ ਕੀਤੀ ਸੀ, ਉਹਦੇ ਵਿੱਚ ਵੀ ਸਾਡਾ ਉਹਨਾਂ ਨੇ ਦੱਸਿਆ ਕਿ ਜਿੰਨੇ ਪੰਜਾਬੀ ਲੋਕ ਝੂਠ ਬੋਲਦੇ ਨਾ ਉਹਨਾਂ ਹੋਰ ਕੋਈ ਨਹੀਂ ਬੋਲਦਾ। ਇਹਦਾ ਨਤੀਜਾ ਕੀ ਹੋਏਗਾ? ਸਾਡੇ ਤੇ ਇਤਬਾਰ ਕੋਈ ਨਹੀਂ ਕਰੇਗਾ ਜੀ, ਔਰ ਵਾਕਈ ਹੁਣ ਕਰਦੇ ਨਹੀਂ। ਠੀਕ, ਅੱਛਾ, ਹੁਣ ਜਦੋਂ ਇਤਬਾਰ ਨਹੀਂ ਕਰਨਾ, ਇਹਦਾ ਮਤਲਬ ਹੁਣ ਤਾਂ ਸਾਡਾ ਖੁੱਲਾ ਹੋ ਗਿਆ ਕੰਮ। ਹੁਣ ਝੂਠ ਬੋਲਣ ਵਾਲੀ, ਹੁਣ ਸੱਚ ਬਰੋਬਰ ਤਪ ਨਹੀਂ, ਝੂਠ ਬਰੋਬਰ ਪਾਪ ਜੀ, ਹੈ ਨਾ। ਦੁਨੀਆ ਦੇ ਉੱਤੇ ਸੱਚ ਵਰਗਾ ਤਪ ਕੋਈ ਨਹੀਂ, ਝੂਠ ਵਰਗਾ ਪਾਪ ਕੋਈ ਨਹੀਂ, ਪਰ ਅਸੀਂ ਇਹਦੇ ਹੁੰਦਿਆਂ ਹੋਇਆਂ ਵੀ ਅਸੀਂ ਝੂਠ 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 ਝੂਠ, ਹਰ ਗੱਲ ਝੂਠ, ਹਰ ਗੱਲ ਝੂਠ। ਹੁਣ ਇਹਦਾ ਬੱਚਿਆਂ ਦੇ, ਮੈਂ ਫਿਰ ਉਹ ਗੱਲ ਆ ਗਈ ਮੈਂਟਲ ਹੈਲਥ ਜੀ। ਮੈਂਟਲ ਹੈਲਥ ਵਿੱਚ ਇਹ ਆ ਕਿ ਬੱਚਾ ਵੀ ਝੂਠ ਬੋਲਣ ਲੱਗ ਪਏਗਾ, ਔਰ ਇਸ ਲਈ 48% ਜਿਹੜੇ ਬੱਚੇ ਨੇ ਝੂਠ ਬੋਲਦੇ ਨੇ, ਔਰ 58% ਚੀਟ ਕਰਦੇ ਨੇ। ਇਹ ਤੇ ਹਰ ਚੌਥਾ ਬੰਦਾ ਅਮਰੀਕਾ ਵਿੱਚ ਪਾਗਲ ਹੈ, ਜਿਹਦੇ ਵਿੱਚ ਅਸੀਂ ਵੀ ਆ ਗਏ ਹਾਂ। ਠੀਕ, ਅੱਛਾ, ਹੁਣ ਇਹ ਤੋਂ ਹਿਸਾਬ ਲਾਓ, ਇਹ ਜਿਹੜਾ ਇੰਨਾ ਕੁਝ ਹੋਇਆ, 37% ਲੋਕੀ ਸੌਂਦੇ ਨਹੀਂ ਜੀ। ਇਟਸ ਆਲ ਡਿਊ ਟੂ ਮੈਂਟਲ ਹੈਲਥ, ਰਾਈਟ। ਔਰ ਇਹਦਾ ਬੇਸ ਜਿਹੜਾ ਨਾ, ਜਿਸ ਤਰ੍ਹਾਂ ਤੁਸੀਂ ਵੀ ਪਹਿਲਾਂ ਬੋਲੇ ਸੀ ਕਿ 17 ਨੇਸ਼ਨਾਂ ਦੇ ਵਿੱਚ, 17 ਮੁਲਕਾਂ ਵਿੱਚ ਇਸ ਗੱਲ ਦਾ ਪਤਾ ਲੱਗ ਗਿਆ ਕਿ ਮੈਰਿਡ ਮੈਨ ਐਂਡ ਵੂਮਨ ਰਿਪੋਰਟਡ ਹਾਇਰ ਲੈਵਲ ਆਫ ਹੈਪੀਨੈਸ ਦੈਨ ਕੋਹੈਬਿਟਿੰਗ ਕਪਲਸ। ਹੁਣ ਧਿਆਨ ਰੱਖੋ, ਸਾਡੇ ਬੱਚੇ ਹੁਣ ਇਸ ਵੇਲੇ ਡੇਟਿੰਗ ਸਿਸਟਮ ਵਿੱਚ ਇਹਨਾਂ ਲੋਕਾਂ ਨਾਲ ਵੀ ਜ਼ਿਆਦਾ ਅੱਗੇ ਲੱਗ ਗਏ, ਔਰ ਹੁਣ ਬੱਚੇ ਤੁਹਾਡੇ ਜਵਾਬ ਦੇ ਰਹੇ ਨੇ ਕਿ ਅਸੀਂ ਵਿਆਹ ਨਹੀਂ ਕਰਾਉਣਾ। ਠੀਕ, ਔਰ ਜੇ 4 ਸਾਲਾਂ ਬਾਅਦ ਕਰ ਵੀ ਲੈਣ ਤੇ ਉਹ ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਸੁਨੇਹਾ ਆ ਜਾਂਦਾ ਵੀ ਕੁੜੀ ਕਹਿੰਦੀ ਮੈਨੂੰ ਪਸੰਦ ਨਹੀਂ ਤੂੰ, ਠੀਕ, ਮੁੰਡਾ ਕਹਿੰਦਾ ਮੈਨੂੰ ਪਸੰਦ, ਇਹਨੂੰ ਲਵ ਮੈਰਿਜ ਕਹੋਗੇ, ਕੀ ਕਹੋਗੇ ਤੁਸੀਂ? ਸੋ ਇਹਦੇ ਨਾਲ ਜਦੋਂ ਤੁਹਾਡੇ ਹੁੰਦਾ ਤੁਹਾਡੇ ਮੈਂਟਲ ਹੈਲਥ ਉੱਤੇ ਅਸਰ ਪੈਂਦਾ ਇਸ ਗੱਲ ਦੇ ਨਾਲ। ਇਸ ਕਰਕੇ ਆਪਾਂ ਜ਼ਰੂਰ ਖਿਆਲ ਰੱਖਣਾ ਚਾਹੀਦਾ ਮੁੱਢ ਤੋਂ। ਵੈਰੀ ਰਾਈਟ। ਮੈਰਿਡ ਮਦਰਸ ਹੈਡ ਲੋਅਰ ਰੇਟਸ ਆਫ ਡਿਪਰੈਸ਼ਨ ਦੈਨ ਸਿੰਗਲ ਔਰ ਕੋਹੈਬਿਟਿੰਗ ਮਦਰਸ। ਅਗੇਨ ਉਹ ਕਿਉਂਕਿ ਉਹਨਾਂ ਦਾ, ਮੈਂ ਫਿਰ ਅਰਥ ਕੀਤੀ ਸੀ ਟਿਕਾਓ, ਠੀਕ, ਉਹਨਾਂ ਨੂੰ ਟਿਕਾਓ ਹੈ ਤੇ ਮੈਨੂੰ ਹੁਣ ਬਾਹਲਾ ਕੁਝ ਖੋਜ ਕਰਨ ਦੀ ਲੋੜ ਨਹੀਂ। ਆਈ ਹੈਵ ਐਕਸੈਪਟ, ਸਿਕਿਉਰਿਟੀ ਹੈਗੀ ਹੈ ਨਾਲੇ ਘਰ ਦੇ ਵਿੱਚ, ਮੈਨੂੰ ਪਤਾ ਹੈ ਕਿ ਮੇਰਾ ਇੱਕ ਪਾਰਟਨਰ ਹੈਗਾ ਜਿਹੜਾ ਕਿ ਘਰ ਨੂੰ ਵੀ ਚਲਾ ਰਿਹਾ, ਨਾਲ ਮੇਰੀ ਵੀ ਦੇਖਭਾਲ ਕਰ ਰਿਹਾ। ਸੋ ਇੱਕ ਟਰਸਟ ਡਿਵੈਲਪ ਹੋਇਆ, ਇੱਕ ਸਿਕਿਉਰਿਟੀ ਦੇ ਸੈਂਸ ਆ, ਨਾਲੇ ਮੈਂਟਲੀ ਐਕਸੈਪਟ ਕਰ ਲਿਆ ਉਹਨੇ ਕਿ ਜਿੱਦਾਂ ਸਾਡੇ ਨੇ, ਸਾਡੇ ਧਰਮ ਵਿੱਚ ਇਹ ਵੀ ਹੁੰਦਾ ਨਾ ਕਿ ਚਲੋ ਅਸੀਂ ਤਾਂ ਕਹਿੰਦੇ ਹਾਂ ਕਿ ਵਿਆਹ ਕਰਨ ਤੋਂ ਪਹਿਲਾਂ ਸਾਨੂੰ ਸੋਚ ਸਮਝ ਕੇ ਵਿਆਹ ਕਰਨਾ ਚਾਹੀਦਾ, ਸਾਨੂੰ ਅੱਖਾਂ ਖੋਲ ਕੇ ਰੱਖਣੀ ਚਾਹੀਦੀਆਂ, ਪਰ ਵਿਆਹ ਕਰਨ ਤੋਂ ਬਾਅਦ ਸਾਨੂੰ ਅੱਖਾਂ ਬੰਦ ਕਰ ਲੈਣੀ ਚਾਹੀਦੀਆਂ, ਕਿਉਂਕਿ ਅਸੀਂ ਕੀ ਕਰਦੇ ਹਾਂ, ਪਹਿਲਾਂ ਅੱਖਾਂ ਬੰਦ ਰੱਖਦੇ ਹਾਂ ਤੇ ਵਿਆਹ ਤੋਂ ਬਾਅਦ ਫਿਰ ਅੱਖਾਂ ਖੋਲਦੇ ਹਾਂ, ਜਿਹਦੇ ਨਾਲ ਫਿਰ ਪ੍ਰੋਬਲਮ ਵੀ ਹੋ ਸਕਦੀ ਹੈ। ਅਗੇਨ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਐਨੂਅਲ ਰੇਟਸ ਆਫ ਡਿਪਰੈਸ਼ਨ ਅਮੰਗ ਕੋਹੈਬਿਟਿੰਗ ਕਪਲਸ ਵਿਲ ਮੋਰ ਦੈਨ 3 ਟਾਈਮਸ ਦਾ ਮੈਰਿਡ ਕਪਲਸ। ਹਾਂਜੀ, ਸੋ ਅਗੇਨ ਉਹੀ ਗੱਲ ਆ ਗਈ ਕਿ ਇੱਕ ਪਰਿਵਾਰ ਜਿਹੜਾ ਹੈ ਉਹ ਇੱਕ ਸਤੰਭ ਹੈਗਾ, ਉਹ ਇੱਕ ਫਾਊਂਡੇਸ਼ਨ ਹੈਗੀ ਹੈ, ਉਹਦੇ ਨਾਲ ਹੀ ਤੁਹਾਡੀ ਮੈਂਟਲ ਵੈਲਬੀਂਗ ਤੇ ਤੁਹਾਡੀ ਸੋਸ਼ਲ ਵੈਲਬੀਂਗ ਜਿਹੜੀ ਹੈ ਉਹ ਸਟਰੋਂਗ ਹੋ ਸਕਦੀ ਹੈ। ਹਾਂਜੀ, ਇਸ ਕਰਕੇ ਸਾਨੂੰ ਖਿਆਲ ਰੱਖਣਾ ਚਾਹੀਦਾ ਕਿ ਸਾਨੂੰ ਟ੍ਰੈਡੀਸ਼ਨਲ ਮੈਰਿਜਸ ਜਿਹੜੀ ਹੈ ਨਾ ਉਹਦੇ ਵਿੱਚ ਹਿੱਸਾ ਲੈਣਾ ਚਾਹੀਦਾ। ਪਰ ਮੈਂ ਫਿਰ ਬੇਨਤੀ ਕਰ ਦਵਾਂ ਕਿ ਸਾਡੇ ਅਰੇਂਜਡ ਮੈਰਿਜਸ ਨਹੀਂ ਹੈਗੀਆਂ, ਸਾਡੇ ਪ੍ਰਪੋਜ਼ਡ ਮੈਰਿਜਸ ਹੈਗੀਆਂ। ਐਂਡ ਗੁਰੂ ਸਾਹਿਬ ਨੇ ਵੀ ਜਿਹੜਾ ਜ਼ੋਰ ਦਿੱਤਾ ਉਹ ਗ੍ਰਸਤ ਜੀਵਨ ਦੇ ਉੱਤੇ ਜਿਹੜਾ ਦਿੱਤਾ ਹੈਗਾ, ਉਹਨੂੰ ਸਮਝਣ ਦੀ ਲੋੜ ਹੈ। ਸੋ ਗ੍ਰਸਤੀ ਦੀ ਜਿਹੜੀ ਇੰਪੋਰਟੈਂਸ ਹੈ ਗੁਰਮਤਿ ਅਨੁਸਾਰ, ਉਹਦੇ ਬਾਰੇ ਮੈਂ ਚਾਹਾਂਗਾ ਜ਼ਰੂਰ ਸਾਡੇ ਨਾਲ ਸ਼ੇਅਰ ਕਰੋ ਕਿ ਜਿਹਨੀ ਇੰਨੀ ਇੰਪੋਰਟੈਂਸ ਦਿੱਤੀ ਗੁਰੂ ਸਾਹਿਬ ਨੇ, ਪਰ ਅੱਜ ਆਪਣੇ ਭਾਈਚਾਰੇ ਵਿੱਚ ਵੀ ਇਹ ਚੀਜ਼ਾਂ ਵੀ ਪ੍ਰਚਲਿਤ ਹੋ ਰਹੀਆਂ ਨੇ ਬਹੁਤ ਜ਼ਿਆਦਾ ਕਿ ਜਤੀ ਦੀ ਗੱਲਾਂ ਬਾਤਾਂ, ਜਾਂ ਜਿਸ ਤਰ੍ਹਾਂ ਬੱਚਿਆਂ ਦੀ ਆਪਾਂ ਗੱਲ ਕਰ ਰਹੇ ਉਹਦਾ ਇੱਕ ਵੱਖਰੇ ਪਾਸੇ ਨੂੰ ਤੁਰ ਪਏ, ਕੋਹੈਬਿਟਿੰਗ ਕਪਲਸ ਵਾਲੇ ਪਾਸੇ, ਜਾਂ ਕਾਮਨ ਲਾਅ ਪਾਰਟਨਰ ਵਾਲੀ ਗੱਲ ਆ ਗਈ। ਸੋ ਗ੍ਰਸਤੀ ਦੀ ਕੀ ਇੰਪੋਰਟੈਂਸ ਹੈਗੀ ਗੁਰਮਤਿ ਅਨੁਸਾਰ? ਦੇਖੋ, ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੇ ਕਰ ਸਮਝੋ, ਮਨ ਹੀ ਮਾਏ ਉਦਾਸਾ ਜੀ। ਗੁਰੂ ਗੋਬਿੰਦ ਸਿੰਘ ਜੀ ਉਹ ਕਹਿੰਦੇ ਮਨ ਜਿਹੜਾ ਹੈਗਾ ਨਾ ਉਹਨੂੰ ਸੰਨਿਆਸ ਧਾਰਨ ਕਰਨਾ ਚਾਹੀਦਾ। ਠੀਕ, ਕਿਸ ਤਰ੍ਹਾਂ ਦਾ ਕਿ ਜੇ ਉਹਨੇ ਜੰਗਲਾਂ 'ਚ ਜਾਣਾ ਜੀ, ਜੰਗਲ ਦੇ ਵਿੱਚ ਜਾਓ ਤਾਂ ਤੁਹਾਨੂੰ ਤੁਰਨਾ ਫਿਰਨਾ ਔਖਾ, ਕਿੰਨਾ ਮੁਸ਼ਕਲ ਹੋ ਜੀ। ਕਹਿੰਦੇ ਵੀ ਜੇ ਤੂੰ ਜੰਗਲ ਹੀ ਪਸੰਦ ਕਰਦਾ ਤੇ ਪਰਿਵਾਰ ਨਾਲ ਵੱਡਾ ਜੰਗਲ ਹੀ ਕੋਈ ਨਹੀਂ। ਬਿਲਕੁਲ, ਪਰਿਵਾਰ ਤੋਂ ਵੱਡਾ ਜੰਗਲ ਹੀ ਕੋਈ ਨਹੀਂ। ਜੰਗਲ ਮੀਨਸ ਪ੍ਰੋਬਲਮ, ਤੇ ਪਰਿਵਾਰ ਜਿਹੜਾ ਹੈ ਉਹਨੂੰ ਜੰਗਲ ਸਮਝ। ਤੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੇ ਕਰ ਸਮਝੋ, ਮਨ ਹੀ ਮਾਏ ਉਦਾਸਾ। ਇਸ ਪਰਿਵਾਰਕ ਜੰਗਲ ਵਿੱਚ ਰਹਿ ਕੇ, ਗ੍ਰਸਤ ਵਿੱਚ, ਮਨ ਵਿੱਚ ਉਦਾਸ ਰੱਖ, ਭਾਵ ਕਿ ਇਹਦੇ ਨਾਲ ਅਟੈਚਮੈਂਟ ਨਾ ਰੱਖ, ਪਰ ਆਪਣੇ ਫਰਜ਼ ਪੂਰੇ ਕਰ। ਠੀਕ, ਕਿਉਂਕਿ ਫਿਰ ਉਹ ਕਹਿੰਦੇ ਆ ਜਤ ਕੀ ਜਟਾ ਜੋਗ ਕੋ ਮਜਨ, ਕਹਿੰਦੇ ਜਟਾਂ ਰੱਖਣ ਦੀ ਬਜਾਏ ਤੂੰ ਆਪਣੇ ਮਨ ਵਿੱਚ ਜਤ ਰੱਖ। ਕਿ ਕਿਹੜਾ ਜਤ ਰੱਖਣਾ ਸਿੱਖ ਨੇ? ਇਹ ਨਹੀਂ ਉਹਨੇ ਵੀ 25 ਸਾਲ ਆਪਣਾ ਜਤ ਸਤ ਰੱਖਣਾ ਫਿਰ ਗ੍ਰਸਤਾ, ਨਹੀਂ ਨਹੀਂ ਨਹੀਂ। ਗੁਰੂ ਸਾਹਿਬ ਕਹਿੰਦੇ ਨਹੀਂ, ਆਦ ਤੋਂ ਲੈ ਕੇ ਅੰਤ ਤੱਕ ਵੇਖ ਪਰਾਈਆਂ ਚੰਗੀਆਂ, ਮਾਵਾਂ ਧੀਆਂ ਭੈਣਾਂ ਜਾਣੇ।
और पर बेटी को बेटी माने जी। पर नारी धी भैन बखाने। और गुरु गोबिंद सिंह ने भी एक लाइन में लिखा हैगा कि निज नारी के संग निहो तुम नित बढ़इयो। इतने शब्द जो नित बढ़इयो का बड़ा वधिया है कि निज नारी के संग, ये अपनी जी तुहाडी पत्नी है, जिस दिन तो तुहाडा जोड़ हो गया उस दिन तो प्यार करना शुरू कर दे। ठीक। और प्यार नू दिनों दिन बढ़ा। निज नारी के संग निहो तुम नित बढ़इयो, पर नारी की सेज पूर सुपने होना चाहिए। ये साडा गृहस्थ है, साडा आदर्श है। गुरु हरगोबिंद साहब जी का ਜਦੋਂ ਆਨੰਦ ਕਾਰਜ ਹੋਇਆ ਜੀ, ਮਾਤਾ ਆਪਣੇ ਨਾਨਕੀ ਨਾਲ, ਜੀ, ਉਹਨਾਂ ਦੀ ਮਾਤਾ ਦਾ ਨਾਮ ਮਾਤਾ ਗੰਗਾ ਜੀ ਸੀ। ਜਦੋਂ ਉਹ ਆਨੰਦ ਕਾਰਜ ਕਰਕੇ ਘਰ ਨੂੰ ਜਾਂਦੇ ਆ ਤੇ ਮਾਂ ਕਹਿੰਦੀ ਅੱਛਾ ਬੇਟਾ ਵੀ ਤੁਹਾਡਾ ਜਿਹੜਾ ਸੁਹਾਗ ਇਦਾਂ ਕਾਇਮ ਰਹੇ। ਕਹਿੰਦੇ ਨਹੀਂ ਮਾਂ ਸਾਨੂੰ ਇੱਕ ਤੂੰ ਅਸੀਸ ਦੇ। ਉਹਨਾਂ ਨੇ ਕਿਹਾ ਤੁਹਾਡੀ ਵਧੇ ਬੇਲ। ਕਹਿੰਦੇ ਨੇ ਇੱਕ ਅਸੀਸ ਦੇ ਮਾਂ, ਸਾਡੇ ਘਰ ਪੁੱਤਰੀ ਹੋਵੇ। ਕਿਉਂਕਿ ਜਿਹਦੇ ਘਰ ਪੁੱਤਰੀ ਹੈ ਨਹੀਂ ਉਹ ਘਰ ਜਿਹੜਾ ਨਾ ਰੌਣਕ ਵਾਲਾ ਨਹੀਂ। ਤੇ ਮਾਤਾ ਨੇ ਅਸੀਸ ਦਿੱਤੀ, ਬੀਬੀ ਵੀਰੋ ਦਾ ਜਨਮ ਹੋਇਆ। ਅੱਛਾ, ਇਹਦਾ ਮਤਲਬ ਵੀ ਗੁਰੂ ਸਾਹਿਬ ਨੇ ਆਪਣੇ ਗ੍ਰਸਥ ਵਿੱਚ ਇੱਕ ਚੰਗਾ ਸਮਝਿਆ ਕਿ ਧੀਆਂ ਪੁੱਤਰਾਂ ਦਾ ਘਰ ਵਿੱਚ ਹੋਣਾ। ਬਿਲਕੁਲ ਸਮਾਨਤਾ ਜਿਹੜੀ ਸੀ ਉਹ ਗੁਰੂ ਸਾਹਿਬ ਦੇ ਸਮੇਂ 'ਚ ਉਹਨਾਂ ਦੀ ਸੋਚ ਵਿੱਚ ਸੀ। ਪਰ ਅਫਸੋਸ ਕਿ ਅੱਜ ਉਹ ਸਮਾਨਤਾ ਜਿਹੜਾ ਕਨਸੈਪਟ ਅਸੀਂ ਭੁੱਲਦੇ ਜਾ ਰਹੇ ਹਾਂ। ਇਹਦੇ ਬਾਰੇ ਹੋਰ ਗੱਲਬਾਤ ਕਰਦੇ ਜੀ ਇਸ ਬ੍ਰੇਕ ਤੋਂ ਬਾਅਦ। ਠੀਕ ਹੈ ਜੀ। ਸਵਾਗਤ ਹੈ ਜੀ ਇੱਕ ਵਾਰ ਫਿਰ ਆਪ ਸਭ ਦਾ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਪਹਿਲਾਂ ਗਿਆਨੀ ਸਵਰਨ ਸਿੰਘ ਜੀ ਨੇ ਸਾਨੂੰ ਸਿਧਾਂਤਕ ਤੌਰ ਤੇ ਕਿਸ ਤਰੀਕੇ ਨਾਲ ਅਸੀਂ ਆਪਣੇ ਘਰਾਂ ਦੇ ਵਿੱਚ ਉਹ ਖੁਸ਼ਹਾਲੀ ਲਿਆ ਸਕਨੇ ਹਾਂ ਤੇ ਆਪਣੇ ਆਪ ਨੂੰ ਮੈਂਟਲੀ ਸਟਰੋਂਗ ਕਰ ਸਕਨੇ ਹਾਂ, ਇਸ ਬਾਰੇ ਗੁਰਬਾਣੀ ਤੋਂ ਪ੍ਰਮਾਣ ਦੇ ਕੇ ਗੱਲਬਾਤ ਕੀਤੀ ਸੀ। ਆਓ ਕੁਝ ਹੋਰ ਜਾਣਕਾਰੀ ਲੈਂਦੇ ਹਾਂ। ਜੀ ਭਾਈ ਸਾਹਿਬ, ਸੋ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਬਹੁਤ ਥਾਈਂ ਇਹ ਉਪਦੇਸ਼ ਕੀਤੇ ਨੇ ਕਿ ਘਰ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਸਟਰੋਂਗ ਕਰਨਾ, ਆਤਮਿਕ ਤੌਰ ਤੇ ਵੀ, ਸਰੀਰਕ ਤੌਰ ਤੇ ਵੀ। ਹੋਰ ਗੁਰੂ ਸਾਹਿਬ ਨੇ ਵੀ ਫੋਕਸ ਹੀ ਇਹ ਕੀਤਾ ਕਿ ਆਪਣੇ ਆਪ ਨੂੰ ਸਟਰੋਂਗ ਕਰਨਾ ਹੈਗਾ। ਤਾਂ ਮੁੱਖ ਤੌਰ ਦੇ ਉੱਤੇ ਕੀ ਕਿਹਾ ਗੁਰੂ ਸਾਹਿਬ ਨੇ? ਜੀ ਜੀ, ਉਹ ਬੇਨਤੀ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਕਿ ਤੁਸੀਂ ਜਤ ਕੀ ਜਟਾ ਜੋਗ ਕੋ ਮੱਜਨ ਨੇਮ ਕੇ ਨਖਨ ਵਢਾਇਓ, ਗਿਆਨ ਗੁਰੂ ਆਤਮ ਉਪਦੇਸ਼ੋ ਨਾਮ ਵਿਭੂਤ ਲਗਾਇਓ। ਦੇਖੋ ਸਟੈਪ ਬਾਈ ਸਟੈਪ ਆ ਕਿ ਇਹਨਾਂ ਦਾ ਹੈਗਾ ਕਿ ਜਤ ਕੀ ਜਟਾ, ਜਤ ਮੈਨੇ ਹੁੰਦਾ ਅਨੁਸ਼ਾਸਨ, ਡਿਸਪਲਿਨ। ਆਪਣੇ ਮਨ ਨੂੰ ਡਿਸਪਲਿਨ 'ਚ ਰੱਖੋ। ਮਨੁੱਖ ਦੇ ਅੰਦਰ 5 ਵਾਸ਼ਨਾਵਾਂ ਮੌਜੂਦ ਨੇ ਔਰ ਇਹਨਾਂ ਵਿੱਚੋਂ ਸਭ ਤੋਂ ਪ੍ਰਬਲ ਕਾਮ ਵਾਸ਼ਨਾ ਹੈਗੀ ਹੈ। ਸਤਿਗੁਰੂ ਜੀ ਨੇ ਕਿਹਾ ਕਿ ਇਸ ਕਾਮ ਵਾਸ਼ਨਾ ਨੂੰ ਅਨੁਸ਼ਾਸਨ ਵਿੱਚ ਲਿਆਉਣ ਲਈ ਸਿੱਖ ਧਰਮ ਜਿਹੜਾ ਪੂਰੇ ਤੌਰ ਤੇ ਜ਼ੋਰ ਨਾਲ ਕਹਿੰਦਾ ਹੈ ਕਿ ਏਕਾ ਨਾਰੀ ਜਤੀ ਸਦਾਏ, ਪਰ ਨਾਰੀ ਧੀ ਭੈਣ ਵਖਾਣੇ। ਔਰ ਗੁਰੂ ਗੋਬਿੰਦ ਸਿੰਘ ਨੇ ਇਹ 'ਤੇ ਬਹੁਤ ਜ਼ੋਰ ਦਿੱਤਾ ਕਿਉਂਕਿ ਜੇ ਆਪਾਂ ਵੇਖਿਆ ਜਾਵੇ ਸਿੱਖ ਦਾ ਕਰੈਕਟਰ ਇੱਥੋਂ ਹੀ ਗਿਣਿਆ ਜਾਂਦਾ ਸੀ। ਕਿਉਂਕਿ ਮੈਦਾਨੇ ਜੰਗ ਵਿੱਚ ਗੁਰੂ ਸਾਹਿਬ ਦੇ ਵੇਲੇ ਇੱਕ ਮੁਸਲਮਾਨ ਪਠਾਨ ਦੀ ਔਰਤ ਜਿਹੜੀ ਸੀ ਉਹ ਛੱਡ ਕੇ ਚਲਾ ਗਿਆ। ਸਿੱਖਾਂ ਨੇ ਉਹ ਡੋਲਾ ਚੁੱਕ ਕੇ ਲੈ ਆਂਦਾ। ਜਦੋਂ ਡੋਲਾ ਚੁੱਕ ਕੇ ਲਿਆਂਦਾ ਤੇ ਆ ਕੇ ਸਤਿਗੁਰੂ ਪਾਤਸ਼ਾਹ ਨੇ ਪੁੱਛਿਆ ਕੌਣ ਹੈ? ਉਹਨਾਂ ਨੇ ਕਿਹਾ ਮਹਾਰਾਜ ਅਸੀਂ ਨਹੀਂ ਵੇਖੀ, ਅਸੀਂ ਇਹਦਾ ਚਿਹਰਾ ਨਹੀਂ ਵੇਖਿਆ, ਇਹ ਤੁਸੀਂ ਪੁੱਛ ਲਓ ਕੌਣ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦ ਉਹ ਡੋਲੇ ਨੂੰ ਦੇਖਿਆ ਤੇ ਉੱਥੇ ਇੱਕ ਔਰਤ ਹੈ। ਪਹਿਲਾ ਸਵਾਲ ਸੀ ਕਿ ਮੇਰੇ ਖਾਲਸੇ ਨੇ ਤੁਹਾਨੂੰ ਕੁਝ ਕਿਹਾ ਤੇ ਨਹੀਂ? ਉਹ ਆਖਣ ਲੱਗੀ ਕਿ ਨਹੀਂ ਸੱਚੇ ਪਾਤਸ਼ਾਹ, ਇਹ ਤੇਰਾ ਖਾਲਸਾ ਜਿਹੜਾ ਇਹ ਤਾਂ ਮੇਰੇ ਲਈ ਇੱਕ ਕਿਸਮ ਦੇ ਮੇਰੇ ਦੇਵਤੇ ਆ ਔਰ ਮੇਰੇ ਵਾਸਤੇ ਤਾਂ ਇਹ ਇੱਕ ਕਹਿ ਲਓ ਵੀ ਐਂਜਲਸ ਹੈਗੇ ਆ ਜਿਨ੍ਹਾਂ ਨੇ ਮੇਰੇ ਤੱਕ ਤੱਕਿਆ ਵੀ ਨਹੀਂ। ਤੇ ਗੁਰੂ ਸਾਹਿਬ ਨੇ ਕਿਹਾ ਕਿ ਮੇਰਾ ਖਾਲਸਾ ਇਸ ਤਰ੍ਹਾਂ ਹੋਵੇ, ਭਾਵੇਂ ਸਾਡੀਆਂ ਔਰਤਾਂ ਨੂੰ ਪਠਾਨ ਜਾਂ ਮੁਗਲ ਚੱਕ ਕੇ ਲਿਜਾਂਦੇ ਆ ਲੇਕਿਨ ਅਸੀਂ ਉਹਨਾਂ ਦੇ ਔਰਤਾਂ ਦੇ ਨਾਲੇ ਬਿਹੇਵੀਅਰ ਨਹੀਂ ਕਰਨਾ। ਇਹ ਇੱਕ ਗ੍ਰਸਤ ਵਾ। ਹੁਣ ਉਹਨਾਂ ਨੇ ਕਿਹਾ ਜਤ ਕੀ ਜਟਾ ਜੋ ਕੋ ਮਜਨ ਨੇਮ ਕੇ ਨਖਨ ਵਢਾਇਓ, ਗਿਆਨ ਗੁਰੂ ਆਤਮ ਉਪਦੇਸ਼ੋ ਨਾਮ ਵਿਭੂਤ ਲਗਾਇਓ। ਤੇ ਨਾਮ ਦੀ ਵਿਭੂਤੀ ਲਾਉਣੀ ਆ, ਸਿਮਰਨ ਕਰਨੀ ਹੈ ਨਾ ਜੀ। ਫਿਰ ਉਹ ਕਹਿੰਦੇ ਅਲਪ ਆਹਾਰ ਸੁਲਭ ਸੀ ਨਿੰਦਰਾ, ਥੋੜਾ ਖਾਵੋ ਥੋੜਾ ਸੌਵੋ ਜੀ। ਇਹਦੇ ਨਾਲ ਤੁਹਾਡੀ ਸਿਹਤ ਚੰਗੀ ਬਣਦੀ, ਤੁਹਾਡੇ ਖਿਆਲਾਤ ਵੀ ਚੰਗੇ ਬਣਦੇ। ਅਲਪ ਆਹਾਰ, ਦੇਖੋ ਖਾਣੇ ਦਾ ਅਸਰ ਤੁਹਾਡੇ ਮਨ ਤੇ ਪੈਂਦਾ। ਠੀਕ। ਔਰ ਜਿਹੜੇ ਉਤੇਜਿਤ ਖਾਣੇ ਹੈਗੇ ਆ ਉਹ ਤੁਹਾਡੇ ਕਾਮ ਵਾਸ਼ਨਾ ਨੂੰ ਵਧਾਉਂਦੇ ਆ। ਔਰ ਲੋਕੀ ਇਸ ਕਰਕੇ ਨਸ਼ਾ ਵੀ ਬਹੁਤਾ ਪੀਂਦੇ ਆ ਸਾਡੇ ਲੋਕ, ਵੀ ਸ਼ਾਇਦ ਅਸੀਂ ਕਾਮ ਵਾਸ਼ਨਾ ਵਿੱਚ ਤਕੜੇ ਹੋਵਾਂਗੇ। ਉਹ ਤਕੜਾ ਨਹੀਂ ਹੁੰਦਾ ਬੰਦਾ, ਬਲਕਿ ਉਹ ਕਾਮ ਵਾਸ਼ਨਾ ਤੁਹਾਡੀ ਜਿਹੜੀ ਨਾ ਹਨੇਰੀ ਮੰਗਰ ਅੰਦਰਲੀ ਤਾਕਤ ਜਿਹੜੀ ਵੇਸਟ ਹੋ ਰਹੀ ਹੈ। ਹੁਣ ਗੁਰੂ ਸਾਹਿਬ ਕਹਿੰਦੇ ਨੇ ਕਿ ਸਿੱਖ ਨੂੰ ਚਾਹੀਦਾ ਕਿ ਉਹ ਅਲਪ ਆਹਾਰ ਸੁਲਭ ਸੀ ਨਿੰਦਰਾ ਦਇਆ ਸ਼ਮਾ ਤਨ ਪ੍ਰੀਤ। ਉਹਨਾਂ ਨੂੰ ਚਾਹੀਦੀ ਤਰਸ ਕਰਨਾ। ਪਤਨੀ ਦੇ ਵਿੱਚ ਕੋਈ ਕਮਜ਼ੋਰੀ ਆ, ਤਰਸ ਕਰੋ ਤੇ ਉਹਨੂੰ ਸਿੱਖਿਆ ਦੇਵੋ, ਉਹਨੂੰ ਸਹਾਰਾ ਦੇਵੋ, ਕਿਉਂਕਿ ਪਰਫੈਕਟ ਤਾਂ ਕੋਈ ਵੀ ਨਹੀਂ। ਬਿਲਕੁਲ। ਅੱਛਾ, ਉਹਨਾਂ ਨੇ ਕਿਹਾ ਵੀ
ਦਇਆ ਛਿਮਾ ਹੈਗਾ ਮਾਫ ਕਰ ਦੇਣਾ। ਇਹ ਬਹੁਤ ਵੱਡਾ ਗੁਣ ਹੈ ਭਾਈ ਸਾਹਿਬ ਜੀ, ਕਿ ਕਿਸੇ ਨੂੰ ਮਾਫ ਕਰ ਦੇਣਾ। ਬਿਲਕੁਲ। ਪਤਨੀ ਨੂੰ ਮਾਫ ਕਰ ਦਿਓ ਜੇ ਉਹਨੇ ਕੋਈ ਗਲਤੀ ਕੀਤੀ, ਪਤੀ ਨੂੰ ਮਾਫ ਕਰ ਦਿਓ ਜਦੋਂ ਕੋਈ ਗਲਤੀ ਹੋ ਗਈ। ਦਇਆ ਛਿਮਾ ਤਨਪ੍ਰੀਤ ਸੀਲ ਸੰਤੋਖ। ਸੀਲ ਮੈਨੇ ਟਿਕਾਓ ਵਿੱਚ, ਠੰਡੇ ਵਿੱਚ, ਜਿਗਰੇ ਵਿੱਚ, ਭਾਵ ਕਿ ਤੁਹਾਨੂੰ ਆਪਣਾ ਜਿਹੜਾ ਮਨ ਹੈਗਾ ਧੀਰਜ। ਸੀਲ ਸੰਤੋਖ ਤਾਂ ਸਬਰ ਰੱਖੋ। ਕੰਟੈਂਟਮੈਂਟ। ਹਾਂ, ਕੰਟੈਂਟ। ਸੀਲ ਸੰਤੋਖ ਸਦਾ ਨਿਰਭਉ ਹਵੈਵੋ ਤ੍ਰੈ ਗੁਣ ਤੀਤ, ਔਰ ਤਿੰਨਾਂ ਗੁਣਾ ਮਾਇਆ ਤੋਂ ਉੱਪਰ ਰਹੋ। ਹੁਣ ਭਾਈ ਗੁਰਦਾਸ ਜੀ ਨੇ ਇਹਦੇ ਬਾਰੇ ਬੜਾ ਵਧੀਆ ਇਸ਼ਾਰਾ ਕੀਤਾ। ਉਹ ਕਹਿੰਦੇ ਨੇ ਕਿ ਐ ਸਿੱਖ, ਜੇ ਤੂੰ ਆਪਣਾ ਗ੍ਰਸਤੀ ਜੀਵਨ ਵਧੀਆ ਬਤੀਤ ਕਰਨਾ ਤਾਂ ਇਹ ਗੁਣਾਂ ਨੂੰ ਧਾਰਨ ਕਰ। ਕਹਿੰਦੇ ਹਉ ਤਿਸ ਘੋਲ ਕਮਾਇਆ, ਗੁਰਮਤਿ ਹਿਰਦੇ ਗਰੀਬੀ ਆਵੇ। ਠੀਕ। ਸਭ ਤੋਂ ਪਹਿਲਾਂ ਤੁਹਾਡੇ ਦੋਨਾਂ ਵਿੱਚ ਗੁਣ ਹੋਣੇ ਚਾਹੀਦੇ ਆ ਹਲੀਮੀ ਦੇ, ਨਿਮਰਤਾ। ਹੁਣ ਨਿਮਰਤਾ ਦਾ ਗੁਣ ਜਿਹੜਾ ਇਹ ਔਰਤ ਦੇ ਅੰਦਰ ਹੈ ਤੇ ਮਰਦ ਨੂੰ ਇਹ ਗ੍ਰਹਿਣ ਕਰਨਾ ਚਾਹੀਦਾ, ਕਿਉਂਕਿ ਔਰਤ ਦੇ ਅੰਦਰ ਹੀ ਮਰਦ ਵਾ, ਮਰਦ ਦੇ ਅੰਦਰ ਵੀ ਔਰਤ ਹੈ। ਤੇ ਉਹ ਕਹਿੰਦੇ ਹਉ ਤਿਸ ਘੋਲ ਕਮਾਇਆ, ਗੁਰਮਤਿ ਹਿਰਦੇ ਗਰੀਬੀ ਆਵੇ। ਹਉ ਤਿਸ ਘੋਲ ਕਮਾਇਆ, ਉਹ ਕਹਿੰਦੇ ਆ ਪਰ ਨਾਰੀ ਦੇ ਨੇੜ ਨਾ ਜਾਵੇ। ਠੀਕ। ਔਰ ਗੁਰੂ ਗੋਬਿੰਦ ਸਿੰਘ ਨੇ ਲਿਖਿਆ ਨਿਜ ਨਾਰੀ ਕੇ ਸੰਗ ਨਿਹੋ ਤਮ ਨਿਤ ਵਡਈਓ, ਪਰ ਨਾਰੀ ਕੀ ਸੇਜ ਪੂਰ ਸੁਪਨੇ ਹੋ ਨਾ ਜਾਈਓ। ਉਹ ਕਹਿੰਦੇ ਐ ਇਨਸਾਨ ਜਿਸ ਪਤਨੀ ਨਾਲ ਤੇਰਾ ਜੋੜ ਔਰਤ ਨਾਲ ਬਣਿਆ, ਉਸੇ ਦਿਨ ਤੋਂ ਫਰੋਮ ਦੈਟ ਵੈਰੀ ਡੇ ਯੂ ਮਸਟ ਸਟਾਰਟ ਟੂ ਲਵ ਹਰ ਫਰੋਮ ਯਰ ਹਾਰਟ ਐਂਡ ਸੋਲ। ਤੇ ਇੰਨਾ ਪਿਆਰ ਕਰ ਕਿ ਉਹ ਪਿਆਰ ਹਰ ਦਿਨ ਵੱਧਦਾ ਜਾਵੇ, ਘਟੇ ਨਾ। ਪਰ ਵੇਖੋ ਜਿਸ ਦਿਨ ਔਰਤ ਨਾਲ ਵਿਆਹ ਹੁੰਦਾ ਸਾਨੂੰ ਬਹੁਤ ਖੂਬਸੂਰਤ ਲੱਗਦੀ ਹੈ, ਸਾਡੀ ਅਟਰੈਕਸ਼ਨ ਵੀ ਬੜੀ ਹੁੰਦੀ ਆ, ਔਰ ਅਸੀਂ ਉਹਨੂੰ ਕਹਿੰਦੇ ਵੀ ਬਸ ਹੁਣ ਇਹ ਮੇਰੇ ਲਈ ਸਭ ਕੁਝ ਹੈਗਾ। ਲੇਕਿਨ ਆਹਿਸਤਾ ਆਹਿਸਤਾ ਜਿਉਂ-ਜਿਉਂ ਉਹਦੀ ਬਿਊਟੀ ਘਟਦੀ ਜਾਂਦੀ ਆ, ਔਰ ਕਈਆਂ ਦਾ ਉਹਦੇ ਨਾਲ ਜੋੜ ਹੋਣਾ ਵੀ ਘਟਦਾ ਜਾਂਦਾ, ਉਹ ਫਿਰ ਹੋਰ ਪਾਸੇ ਮੂੰਹ ਮਾਰਨ ਲੱਗ ਪੈਂਦੇ ਨੇ। ਪਰ ਸਤਿਗੁਰੂ ਜੀ ਨੇ ਇਹਦਾ ਦੱਸਿਆ ਕਿ ਡੋਂਟ ਲਵ ਹਰ ਔਨ ਦਾ ਫਿਜ਼ੀਕਲ appearance, but love her from her heart and soul. ਉਹਨੂੰ ਕਹਿੰਦੇ ਹਉ ਤਿਸ ਘੋਲ ਕਮਾਇਆ, ਪਰ ਨਾਰੀ ਦੇ ਨੇੜ ਨਾ ਜਾਵੇ। ਦੇਖੋ ਜਿਹੜੀ ਐਡਲਟਰੀ ਆ, ਇਹ ਸਭ ਤੋਂ ਵੱਡਾ ਇਸ ਲਈ ਪਰਿਵਾਰਾਂ 'ਚ ਵਿਘਨ ਆ। ਬਿਲਕੁਲ। ਅੱਛਾ, ਇਹ ਐਡਲਟਰੀ ਸਾਰੇ ਪਾਸੇ ਫੈਲਦੀ ਜਾ ਰਹੀ ਆ, ਔਰ ਸਾਡੀ ਕਮਿਊਨਿਟੀ ਵਿੱਚ ਵੀ ਬੜੀ ਤੇਜ਼ੀ ਨਾਲ ਫੈਲਦੀ ਜਾ ਰਹੀ ਆ, ਜਿਹਦੇ ਨਾਲ ਘਰਾਂ ਦਾ ਸਾਰਾ ਹੀ ਉਜਾੜਾ ਹੁੰਦਾ ਜਾ ਰਿਹਾ। ਔਰ ਕਈ ਲੋਕ ਕਹਿੰਦੇ ਹੁਣ ਤਾਂ ਜੀ ਰਿਵਾਜ ਹੀ ਆ। ਅੱਛਾ, ਹੁਣ ਉਹ ਕਹਿੰਦੇ ਨੇ ਹਉ ਤਿਸ ਘੋਲ ਕਮਾਇਆ, ਪਰ ਦਰਬੇ ਨੂੰ ਹੱਥ ਨਾ ਲਾਵੇ, ਕਿ ਪਰਾਏ ਧਨ ਨੂੰ ਹੱਥ ਨਾ ਲਾਵੇ। ਤੇ ਅਸੀਂ ਦੇਖੋ ਜਦੋਂ ਵਿਆਹ ਕਰਦੇ ਆ, ਮੁੰਡੇ ਵਾਲੇ ਉਹ ਧਨ ਹੀ ਇਕੱਠਾ ਕਰਦੇ ਆ, ਹਾਲਾਂਕਿ ਉਹ ਪਰਾਇਆ ਧਨ ਵਾ, ਤੇਰਾ ਹੱਕ ਕੋਈ ਨਹੀਂ। ਪਰ ਲੋਕੀ ਕਿੰਨਾ ਮੰਗਦੇ ਆ, ਮੂੰਹੋਂ ਮੰਗਦੇ ਭੁੱਖੇ। ਭਾਈ ਗੁਰਦਾਸ ਜੀ ਇੱਥੇ ਕਹਿੰਦੇ ਨੇ, ਫਿਰ ਕਹਿੰਦੇ ਨੇ ਹਉ ਤਿਸ ਘੋਲ ਕਮਾਇਆ, ਪਰ ਨਿੰਦਾ ਸੁਣ ਆਪ ਹਟਾਵੇ, ਕਿ ਨਿੰਦਿਆ ਨਾ ਕਰਨੀ ਆ ਨਾ ਸੁਣਨੀ ਆ। ਔਰ ਫਿਰ ਕਹਿੰਦੇ ਨੇ ਹਉ ਤਿਸ ਘੋਲ ਕਮਾਇਆ, ਥੋੜਾ ਸਮੇਂ ਥੋੜਾ ਹੀ ਕਮਾਵੇ। ਔਰ ਅਖੀਰ ਤੇ ਕਹਿੰਦੇ ਆ ਹਉ ਤਿਸ ਘੋਲ ਕਮਾਇਆ, ਸਤਿਗੁਰੂ ਦਾ ਉਪਦੇਸ਼ ਕਮਾਵੇ। ਸੋ ਉਪਦੇਸ਼ ਜੇ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕਰਨੇ। ਅਸੀਂ ਗੁਰੂ ਦਾ ਉਪਦੇਸ਼ ਸੁਣ ਕੇ ਉਹਦੇ ਮੁਤਾਬਕ ਆਪਣੇ ਜੀਵਨ ਢਾਲੀਏ। ਇਸ ਜੀਵਨ ਵਰਗਾ ਦੁਨੀਆ 'ਚ ਆਦਰਸ਼ਕ ਜੀਵਨ ਕੋਈ ਨਹੀਂ। ਬਿਲਕੁਲ ਜੀ। ਮੈਂਟਲ ਹੈਲਥ ਦੀ ਜਿਹੜੀ ਇੱਥੇ ਗੱਲ ਕਰ ਰਹੇ ਕਿ ਮਾਨਸਿਕਤਾ ਜਿਹੜੀ ਅੱਜ ਖਰਾਬ ਹੋ ਰਹੀ ਹੈ, ਅੱਜ ਬਹੁਤ ਸਾਰੇ ਕਾਰਨਾਂ ਕਰਕੇ ਗੱਲ ਤਾਂ ਹੋ ਰਹੀ ਹੈ, ਜਿਸ ਤਰ੍ਹਾਂ ਡਰੱਗਸ ਦੀ ਗੱਲ ਕਰ ਲਈ ਜਾਂ ਸ਼ਰਾਬ ਦੀ ਗੱਲ ਕਰ ਲਈ ਜਾਂ ਹੋਰ ਕਰ ਲਈ, ਲੇਕਿਨ ਅਸੀਂ ਸਾਈਡਲਾਈਨ ਕਰਤਾ ਸਪਿਰਿਚੁਅਲ ਉਸ ਪਾਥ ਨੂੰ। ਹਾਂਜੀ। ਐਂਡ ਅਗੇਨ ਜਿਹੜੇ ਸਟੈਟਿਸਟਿਕਸ ਨੇ, ਆંકੜੇ ਇਹ ਵੀ ਦੱਸਦੇ ਨੇ ਕਿ ਕੰਪੇਅਰ ਟੂ ਮੈਰਿਡ ਕਪਲਸ, ਕੋਹੈਬਿਟਿੰਗ ਕਪਲਸ ਰਿਪੋਰਟਡ ਮੋਰ ਫ੍ਰੀਕੁਐਂਟ ਡਿਸਐਗਰੀਮੈਂਟਸ, ਮੋਰ ਵਾਇਲੈਂਸ ਐਂਡ ਲੈਸ ਹੈਪੀਨੈਸ ਵਿਦ ਦੇਅਰ ਰਿਲੇਸ਼ਨਸ਼ਿਪ। ਐਂਡ ਉਹਦੇ ਨਾਲ ਹੀ ਇੱਕ ਹੋਰ ਬੜੀ ਇੰਪੋਰਟੈਂਟ ਚੀਜ਼ ਕੀਤੀ ਹੈ ਕਿ ਐਨੂਅਲ ਰੇਟਸ ਆਫ ਡਿਪਰੈਸ਼ਨ ਅਮੰਗ ਕੋਹੈਬਿਟਿੰਗ ਕਪਲਸ ਵਰ ਮੋਰ ਦੈਨ 3 times ਦੈਨ ਆਫ ਮੈਰਿਡ ਕਪਲਸ। ਕਿ ਸਟ੍ਰੈਸ, ਡਿਪਰੈਸ਼ਨ, ਇਹ ਚੀਜ਼ਾਂ ਜਿਹੜੀਆਂ ਨੇ, ਕਿਉਂਕਿ ਅਸੀਂ ਮੈਂਟਲ ਵੈਲਨੈਸ ਦੀ ਗੱਲ ਕਰ ਰਹੇ ਹਾਂ, ਇਹਦਾ ਅਸਰ ਵੀ ਪੈਂਦਾ ਹੈ ਜੇਕਰ ਤੁਹਾਡਾ ਪਰਿਵਾਰ ਜਿਹੜਾ ਉਹਦੇ ਵਿੱਚ ਉਹ ਸ਼ਾਂਤੀ ਨਹੀਂ ਹੈਗੀ, ਜਾਂ ਪਰਿਵਾਰ ਵਿੱਚ ਬਖੇੜੇ ਪਏ ਹੋਏ ਨੇ। ਦੇਖੋ, ਜਦੋਂ ਤੁਸੀਂ ਲੀਗਲੀ ਮੈਰਿਡ ਨਹੀਂ ਤੇ ਤੁਹਾਡਾ ਜਦੋਂ ਸਰੀਰਕ ਸੰਬੰਧ ਬਣਦਾ ਜੀ, ਉਹ 'ਚ ਡਰ ਹੁੰਦਾ। ਰਾਈਟ। ਦੁਨੀਆ ਨੂੰ ਨਾ ਪਤਾ ਲੱਗ ਜਾਏ, ਹੋਰ ਨਾ ਹੋਵੇ, ਇਹ ਨਾ ਹੋਵੇ। ਔਰ ਕੋਸ਼ਿਸ਼ ਇਹ ਵੀ ਕਰਦੇ ਕਿ ਸਾਡੇ ਜਿਹੜਾ ਪ੍ਰੈਗਨੈਂਸੀ ਨਾ ਹੋ ਜਾਏ, ਫਿਰ ਦਵਾਈਆਂ ਵੀ ਖਾਂਦੇ ਆ, ਇਸ ਤਰ੍ਹਾਂ ਕਰਦੇ ਆ। ਇਹਦਾ ਮਤਲਬ ਡਰ ਹੈ। ਰਾਈਟ। ਜੇ ਉਸ ਡਰ ਦੇ ਅੰਦਰ ਉੱਥੇ ਕੋਈ ਬੱਚਾ ਠਹਿਰ ਗਿਆ ਮਾਂ ਦੀ ਕੁੱਖ 'ਚ, ਉਸ ਡਰ ਦਾ ਅਸਰ ਉਸ ਬੱਚੇ ਤੇ ਪਵੇਗਾ। ਠੀਕ। ਪਰ ਜੇ ਤੁਸੀਂ ਲੀਗਲੀ ਮੈਰਿਡ ਹੈਗੇ ਆ, ਤੁਹਾਨੂੰ ਡਰ ਹੀ ਕੋਈ ਨਹੀਂ। ਐਬਸੋਲੂਟਲੀ। ਦੋਨੇ ਪਾਸੇ ਉਹਦੇ ਨਾਲ ਉਹਦੇ ਜਿਹੜੀ ਫਾਊਂਡੇਸ਼ਨ ਬੱਚੇ ਦੀ ਹੈ ਨਾ, ਉਹ ਨਿਡਰ ਹੋ ਕੇ ਬਣਦੀ ਆ, ਔਰ ਤੁਸੀਂ ਆਪਣੇ ਆਪ ਨੂੰ ਮਹਿਸੂਸ ਕਰਦੇ ਆ, ਪ੍ਰਾਊਡ ਕਰਦੇ ਆ ਕਿ ਮੇਰੇ ਬੱਚਾ ਹੋਣ ਲੱਗਾ, ਐਂਡ ਯੂ ਸੈਲੀਬ੍ਰੇਟ। ਐਬਸੋਲੂਟਲੀ। ਤਾਂ ਜਿਹੜਾ ਦੂਆ ਹੁੰਦਾ ਚੋਰੀ ਦਾ ਕੰਮ, ਉਹ ਸੈਲੀਬ੍ਰੇਟ ਤਾਂ ਕਰਦੇ, ਉਹ ਤਾਂ ਚੋਰੀ ਰੱਖਦੇ ਆ, ਜਾਂ ਕੋਸ਼ਿਸ਼ ਕਰਦੇ ਅਬੋਰਟ ਕਰ ਦਈਏ। ਪਰ ਜੇ ਨਹੀਂ ਅਬੋਰਸ਼ਨ ਹੁੰਦੀ ਹੋ ਜਾਏ, ਫਿਰ ਤੁਹਾਡੇ ਯੂ ਵਿਲ ਫੀਲ ਗਿਲਟੀ, ਔਰ ਸਮਾਜ ਵਿੱਚ ਤੁਹਾਡਾ ਥਾਂ ਕੋਈ ਨਹੀਂ। ਦੇਖੋ, ਇੰਨਾ ਕੁਝ ਤੁਹਾਨੂੰ ਪਤਾ ਵੀ ਸਾਡਾ ਬੁਰਾ ਹਾਲ ਹੋਣਾ, ਵਾਈ ਡੋਂਟ ਯੂ ਕੀਪ ਦਾ ਕੰਟਰੋਲ। ਕੰਟਰੋਲ ਰੱਖਣ ਵਾਸਤੇ ਤੁਹਾਨੂੰ ਸਹਾਰਾ ਚਾਹੀਦਾ
ਧਰਮ ਦਾ। ਸੋ ਗਿਆਨੀ ਜਿਸ ਤਰ੍ਹਾਂ ਕਿਰਤ ਦੀ ਬੜੀ ਮਹੱਤਤਾ ਹੈ, ਗੁਰੂ ਸਾਹਿਬ ਨੇ ਬਹੁਤ ਸਟ੍ਰੈਸ ਕੀਤਾ ਕਿ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਜਿਹੜਾ ਕਨਸੈਪਟ ਆਉਂਦਾ ਹੈਗਾ, ਉਹਦੇ ਵਿੱਚ ਜਿਹੜਾ ਤੁਸੀਂ ਇਹ ਅੰਕੜੇ ਵੀ ਲੈ ਕੇ ਆਏ ਹੋ, ਇਹਦੇ ਵਿੱਚ ਜਰਨਲ ਆਫ ਹੈਲਥ ਐਂਡ ਸੋਸ਼ਲ ਬਿਹੇਵੀਅਰ ਵਿੱਚ ਇਹ ਅੰਕੜੇ ਆਏ ਕਿ ਜਿਹੜੇ ਮੈਰਿਡ ਵਰਕਰਸ ਨੇ ਉਹ ਔਨ ਐਵਰੇਜ ਉਹ ਮੋਰ ਪ੍ਰੋਡਕਟਿਵ ਨੇ। ਮੈਰਿਡ ਮੈਨ ਜ਼ਿਆਦਾ ਲੰਮੇ ਸਮੇਂ ਲਈ ਕੰਮ ਕਰਦੇ ਨੇ, ਉਹਨਾਂ ਦੀ ਲੋਅਰ ਕੁਇਟਿੰਗ ਰੇਟ ਹੈਗਾ ਤੇ ਲੌਂਗ ਟੈਨਿਓਰ ਹੈਗਾ ਐਜ਼ ਕੰਪੇਅਰ ਟੂ ਨਾਨ ਮੈਰਿਡ ਮੈਨ। ਨਾਲ ਹੀ ਮੈਰਿਜ ਮੇਕਸ ਮੈਨ ਮੋਰ ਫੋਕਸ ਐਂਡ ਮੋਟੀਵੇਟਡ ਐਟ ਵਰਕ, and married people adopt healthier lifestyles, reduce consumption of alcohol and other substances and engage in fewer risky behaviors। ਉਸ ਦੇ ਨਾਲ ਹੀ ਮੈਰਿਡ ਇੰਪਲੋਈਜ਼ ਜਿਹੜੇ ਨੇ ਇਹ ਲੈਸ ਲਾਈਕਲੀ ਨੇ ਕਿ ਇਹ ਛੁੱਟੀਆਂ ਦਾ ਫੋਨ ਕਰਕੇ ਕਹਿਣਗੇ ਜੀ ਮੈਂ ਅੱਜ ਬਿਮਾਰ ਹਾਂ ਜਾਂ ਸਿਕ ਲੀਵ ਵਗੈਰਾ, ਇਹ ਘੱਟ ਬਹਾਨੇ ਘੱਟ ਬਣਾਉਂਦੇ ਨੇ। ਸੋ ਅਗੇਨ ਉਹੀ ਆ ਗਈ ਗੱਲ ਕਿ ਅੱਜ ਸਾਇੰਸ ਵੀ ਜਿਹੜੀ ਹੈਗੀ ਹੈ, ਆંકੜੇ ਵੀ ਇਹ ਪ੍ਰੂਵ ਕਰ ਰਹੇ ਨੇ ਜੋ ਗੁਰੂ ਸਾਹਿਬ ਨੇ ਜਿਹੜਾ ਸਿਧਾਂਤ ਦਿੱਤਾ ਕਿ ਜੇਕਰ ਅਸੀਂ ਇਸ ਨਾਲ ਜੁੜ ਕੇ ਰਹੀਏ, ਕਿਰਤ ਕਰੀਏ, ਨਾਮ ਜਪੀਏ, ਵੰਡ ਛਕੀਏ ਤਾਂ ਉਸ ਨਾਲ ਕੋਈ ਸਮੱਸਿਆ ਆਏਗੀ ਨਹੀਂ। ਦੇਖੋ ਜਿਹੜਾ ਬੰਦਾ ਵਿਆਹ ਹੈ ਨਾ ਪਰਿਵਾਰਕ, ਜਿਹੜਾ ਟ੍ਰੈਡੀਸ਼ਨਲ ਮੈਰਿਜ ਵਾ ਜੀ, ਪਹਿਲੀ ਤਾਂ ਗੱਲ ਆ ਕਿ ਉਹ ਕੰਮ ਦੇ ਵਿੱਚ ਬੜਾ ਟਿਕਾਓ ਕੇ ਕੰਮ ਕਰਦਾ ਜੀ, ਕਿਉਂਕਿ ਉਹਨੂੰ ਕੋਈ ਫਿਕਰ ਨਹੀਂ ਰਹਿ ਗਿਆ, ਠਹਿਰਾਓ ਹੈਗਾ, ਉਹਨੂੰ ਠਹਿਰਾਓ ਹੈਗਾ ਕਿ ਮੇਰੀ ਘਰ ਪਤਨੀ ਹੈਗੀ ਆ, ਜੀ, ਮੈਂ ਜਦੋਂ ਜਾਣਾ ਮੇਰੇ ਬੱਚੇ ਹੈਗੇ ਆ ਤੇ ਮੇਰੀ ਪਤਨੀ ਜਿਹੜੀ ਬੱਚਿਆਂ ਨੂੰ ਦੇਖਦੀ ਆ, ਉਹ ਆਪਣੀ ਜ਼ਿੰਮੇਵਾਰੀ ਬਤੀਤ ਕਰਦੀ ਆ, ਔਰ ਮੈਨੂੰ ਕੋਈ ਫਿਕਰ ਨਹੀਂ ਕਿ ਮੈਂ ਆਪਣੇ ਕਾਮਕ ਖਾਹਿਸ਼ ਨੂੰ ਪੂਰਾ ਕਰ ਲਈ ਕਿ ਮੈਂ ਬਾਹਰ ਤੁਰੇ ਫਿਰਨਾ, ਜੀ, ਬਿਕਾਜ਼ ਮਾਈ ਵਾਈਫ ਇਜ਼ देयर ਐਂਡ ਵੀ ਕੈਨ ਸਿਟ ਟੁਗੇਦਰ। ਔਰ ਇਹ ਗੱਲ ਮੈਂ ਫੇਰ ਦੱਸ ਦੇਣਾ ਅੰਤ ਵਿੱਚ, sex without love will create fear in your mind, and that fear will impact your behavior and your coming generation। ਇਸ ਕਰਕੇ ਸਾਨੂੰ ਇਸ ਕਰਕੇ ਖਿਆਲ ਰੱਖਣਾ ਚਾਹੀਦਾ ਕਿ ਜਿਹੜਾ ਡਰ ਹੈਗਾ ਇੱਕ ਬਹੁਤ ਵੱਡੀ ਬਿਮਾਰੀ ਆ ਜਿਹੜੀ ਕਿ ਕਈ ਕੰਪਲਿਕੇਸ਼ਨਸ ਤੁਹਾਨੂੰ ਅੰਤ ਵਿੱਚ ਪੈਦਾ ਕਰਦੀ ਆ, ਤੁਹਾਡੇ ਫਿਰ ਜੀਨ ਵਿੱਚ ਚਲੀ ਜਾਂਦੀ ਆ। ਔਰ ਅਸੀਂ ਤਾਂ ਗੁਰਮਤਿ ਕਹਿੰਦੇ ਨਾ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਗੀ ਤਿਨ ਕਾ ਭਉ ਸਭ ਗਵਾਸੀ, ਨਿਰਭਉ ਜਪੇ ਸਗਲ ਭਉ ਮਿਟੇ। ਔਰ ਫਿਰ ਦੋਨੇ ਜਿਸ ਘਰ ਵਿੱਚ ਦੋਨੇ ਤੀਵੀਂ ਆਦਮੀ ਔਰਤ ਮਰਦ ਇਕੱਠੇ ਬੈਠ ਕੇ ਨਾਮ ਜਪਦੇ ਨੇ, ਵੰਡ ਛਕਦੇ ਨੇ, ਪਰਿਵਾਰ ਨੂੰ ਪਾਲਦੇ ਨੇ, ਉਹਦਾ ਵਰਗੀ ਰੀਸ ਕੋਈ ਨਹੀਂ। ਕਾਂ ਤੇ ਕੌਣੀ ਦੋਨੇ ਹੀ ਇਕੱਠੇ ਬੈਠ ਕੇ ਉਹ ਆਪਣੇ ਆਂਡਿਆਂ ਨੂੰ ਸੈਚ ਕਰਦੇ ਨੇ ਔਰ ਇਕੱਠੇ ਉਹਨੂੰ ਪਾਲਦੇ ਨੇ। ਕਿਆ ਜੀਵਨ ਪਸ਼ੂਆਂ ਕੋਲ ਵੀ ਸਿੱਖ ਲਓ, ਪੰਛੀਆਂ ਕੋਲੋਂ ਵੀ, ਉਹ ਕਿੰਨਾ ਉਹਨਾਂ ਦਾ ਆਪਸ ਵਿੱਚ ਹੀ ਪਿਆਰ ਹੈ ਜਦੋਂ ਰੇਜ਼ ਕਰਦੇ ਬੱਚਿਆਂ ਨੂੰ। ਐਬਸੋਲੂਟਲੀ। ਐਂਡ ਅਗੇਨ ਜਿਹੜੀ ਤੁਸੀਂ ਗੱਲ ਕੀਤੀ ਕਿ ਅਗੇਨ ਸਟੈਟਿਸਟਿਕਲੀ ਵੀ ਪ੍ਰੂਵ ਹੁੰਦਾ ਕਿ ਮੈਰਿਡ ਕਪਲਸ ਰਿਪੋਰਟਡ ਮੋਰ ਕਮਿਟਮੈਂਟ ਐਂਡ ਹੈਪੀਨੈਸ ਇਨ देयर ਯੂਨੀਅਨਸ ਐਂਡ ਬੈਟਰ ਰਿਲੇਸ਼ਨਸ਼ਿਪ ਵਿਦ देयर ਪੇਰੈਂਟਸ ਦੈਨ ਡਿਡ ਕੋਹੈਬਿਟਿੰਗ ਕਪਲਸ। ਬਿਲਕੁਲ ਸਹੀ ਗੱਲ। ਸੋ ਉਸ ਵਾਸਤੇ ਸਿਧਾਂਤਕ ਤੌਰ ਦੇ ਉੱਤੇ ਵੀ ਜੋ ਗੁਰੂ ਸਾਹਿਬ ਨੇ ਸਾਨੂੰ ਸੋਚ ਦਿੱਤੀ, ਉਸ ਸਮੇਂ ਵੀ ਉਸ ਦੀ ਮਹੱਤਤਾ ਸੀ ਤੇ ਅੱਜ ਵੀ ਹੈ, ਤੇ ਉਸ ਨਾਲ ਸਾਨੂੰ ਜੁੜ ਕੇ ਵੱਧ ਤੋਂ ਵੱਧ ਜਿਹੜਾ ਹੈਗਾ ਇਸ ਨਾਲ ਅੱਗੇ ਉਸ ਸੋਚ ਨੂੰ ਅੱਗੇ ਲਿਆਉਣਾ ਚਾਹੀਦਾ, ਘਰਾਂ ਦੇ ਵਿੱਚ ਇਹ ਲਿਆਉਣਾ ਚਾਹੀਦਾ। ਸੋ ਇਸ ਵਾਸਤੇ ਅਖੀਰ ਵਿੱਚ ਤੁਹਾਡਾ, ਕਿਉਂਕਿ ਤੁਸੀਂ ਅਗੇਨ ਵਿਚਰਦੇ ਹੋ ਸਮਾਜ ਦੇ ਵਿੱਚ, ਇਹ ਜਿਹੜੇ ਇਸ਼ੂਜ਼ ਸਾਹਮਣੇ ਆ ਰਹੇ ਹੈਗੇ ਨੇ, ਇਹਨਾਂ ਦੇ ਪ੍ਰਤੀ ਕਿੰਨੇ ਕੁ ਅਸੀਂ ਸੁਹਿਰਦ ਹੋ ਰਹੇ ਹਾਂ ਤੇ ਕੀ ਕੁਝ ਅਖੀਰ ਵਿੱਚ ਕਰਨ ਦੀ ਲੋੜ ਹੈਗੀ ਹੈ? ਵੇਖੋ ਗੱਲ ਇਹ ਆ ਕਿ ਬਗੈਰ ਅਸਲੀ ਰਸਤੇ ਤੇ ਆਇਆ ਤੁਸੀਂ ਮੰਜ਼ਿਲ ਤੇ ਨਹੀਂ ਪਹੁੰਚ ਸਕਦੇ। ਠੀਕ, ਤੁਸੀਂ ਭੁੱਲੇ ਭਟਕੇ ਜੇ ਹੋ ਗਏ ਆ, ਕੋਈ ਗੱਲ ਨਹੀਂ, ਮਨੁੱਖ ਭੁੱਲਣਹਾਰ ਆ ਜੀ, ਤਾਂ ਲੇਕਿਨ ਅਸੀਂ ਕਹਾਂਗੇ ਜੇ ਭੁੱਲ ਕੇ ਵੀ ਕੋਈ ਬੰਦਾ ਅਸਲੀ ਰਸਤੇ ਤੇ ਆ ਜਾਵੇ ਤਾਂ ਉਹਦਾ ਜੀਵਨ ਬਚ ਸਕਦਾ। ਅਸੀਂ ਤਾਂ ਸਿਰਫ ਬੇਨਤੀਆਂ ਕਰ ਸਕਦੇ ਹਾਂ, ਬਾਕੀ ਕਰਨਾ ਨਾ ਕਰਨਾ ਤੁਹਾਡਾ ਕੰਮ ਹੈਗਾ। ਧਰਮ ਦਾ ਕੰਮ ਹੈ ਰਸਤਾ ਦੱਸਣਾ ਤੇ ਰਸਤੇ ਤੇ ਚੱਲਣਾ ਤੁਹਾਡਾ ਕੰਮ ਹੈ। ਧਰਮ का मार्ग, धर्म की पौड़ी, संत का मार्ग माफी चाहना, धर्म की पौड़ी को बड़ भागी पाए। और रिलीजन इज ए प्रैक्टिकल वे ऑफ लाइफ। एब्सोल्युटली, मैं बार बार कहना, रिलीजन इज a science of soul, right? And religion also tells me what is wrong and what's right, and religion also tells me what is the relationship between my mind, my body, my soul and God। बहुत खूब जी, ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂਟਲ ਹੈਲਥ ਐਂਡ ਵੈਲ ਬੀਇੰਗ ਦੀ ਅੱਜ ਅਸੀਂ ਗੱਲਬਾਤ ਕੀਤੀ ਹੈਗੀ, ਕਿਸ ਤਰੀਕੇ ਨਾਲ ਮਾਨਸਿਕ ਤੌਰ ਤੇ, ਸਰੀਰਕ ਤੌਰ ਤੇ ਤੇ ਆਤਮਿਕ ਤੌਰ ਤੇ ਅਸੀਂ ਆਪਣੇ ਆਪ ਨੂੰ ਮਜ਼ਬੂਤ ਕਰਨਾ ਹੈ। ਅੱਜ ਅਸੀਂ ਵੇਖ ਰਹੇ ਹਾਂ ਕਿ ਜਿਹੜੇ ਬਹੁਤ ਸਾਰੀ ਪ੍ਰੋਬਲਮ ਸਾਡੇ ਸਾਹਮਣੇ ਆ ਰਹੀਆਂ ਨੇ, ਉਹਨਾਂ ਨੂੰ ਅਸੀਂ ਸੋਲਵ ਕਰਨ ਵਾਸਤੇ ਹੋਰ ਤਾਂ ਬਹੁਤ ਕੁਝ ਕਰ ਰਹੇ ਹਾਂ, ਲੇਕਿਨ ਇੱਕ ਚੀਜ਼ ਨੂੰ ਭੁੱਲਦੇ ਜਾ ਰਹੇ ਹਾਂ, ਯਾਨੀ ਕਿ ਜਿਹੜੀ ਸਪਿਰਿਚੁਅਲ ਪਾਥ ਹੈਗਾ ਉਸ ਤੋਂ ਅਸੀਂ ਬਹੁਤ ਵਾਰੀ ਹੱਥ ਨਹੀਂ ਲਾਉਂਦੇ। ਲੇਕਿਨ ਜੇਕਰ ਜੜ੍ਹਾਂ ਤੱਕ ਅਸੀਂ ਨਹੀਂ ਪਹੁੰਚਾਂਗੇ ਤਾਂ ਫਿਰ ਅਸੀਂ ਪੱਤੇ ਹੀ ਸਿਰਫ ਹਿਲਾਉਂਦੇ ਰਵਾਂਗੇ। ਕੁਝ ਦੇਰ ਲਈ ਤਾਂ ਕੁਝ ਨਾ ਕੁਝ ਰਿਲੀਫ ਮਿਲ ਜਾਏਗੀ, ਬਟ ਜੇਕਰ ਅਸੀਂ ਪੂਰਨ ਤੌਰ ਉੱਤੇ ਸ਼ਾਂਤੀ ਚਾਹੁੰਦੇ ਹਾਂ ਘਰਾਂ ਦੇ ਵਿੱਚ, ਆਪਣੀ ਸਿਹਤ ਪ੍ਰਤੀ, ਆਪਣੀ ਸੋਚ ਪ੍ਰਤੀ, ਤਾਂ ਉਸ ਵਾਸਤੇ ਗੁਰਬਾਣੀ ਦਾ ਸਹਾਰਾ ਲੈਣਾ ਹੀ ਪਏਗਾ। ਜਿਸ ਵੀ ਧਰਮ ਵਿੱਚ ਤੁਹਾਡੀ ਆਸਥਾ ਹੈ ਉਸ ਤੁਹਾਨੂੰ ਮੁਬਾਰਕ ਹੋਵੇ, ਉਸ ਵਿੱਚ ਆਪਣਾ ਵਿਸ਼ਵਾਸ ਹੋਰ ਮਜ਼ਬੂਤ ਕਰੋ ਅਤੇ ਚੰਗੇ ਤਰੀਕੇ ਨਾਲ ਗੁਰੂ ਦੇ ਸਿਧਾਂਤ ਨਾਲ ਜੁੜ ਕੇ ਆਪਣੇ ਜੀਵਨ ਵਿੱਚ ਵੀ ਖੁਸ਼ਹਾਲੀ ਲਿਆਓ ਤੇ ਸਮਾਜ ਨੂੰ ਵੀ ਕੁਝ ਨਾ ਕੁਝ ਦੇ ਸਕੀਏ। ਪ੍ਰੋਗਰਾਮ ਦੀ ਕਰਦੇ ਇੱਥੇ ਹੀ ਸਮਾਪਤੀ ਜੀ। ਫੀਡਬੈਕ ਲਈ 604 603 7555 ਜਾਂ ਫਿਰ ਈਮੇਲ ਰਾਹੀਂ harpreet@akaltv.com ਤੇ ਸੰਪਰਕ ਕਰ ਸਕਦੇ ਹੋ। ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।